हेलो दोस्तों, लास्ट ਲੈਕਚਰਸ ਦੇ ਵਿੱਚ ਆਪਾਂ ਵਰਗ ਤੇ ਵਰਗਮੂਲ ਬਾਰੇ ਡਿਟੇਲਸ ਚਰਚਾ ਕੀਤੀ ਸੀ। ਪਹਿਲੇ ਲੈਕਚਰ 'ਚ ਆਪਾਂ ਵਰਗ ਸੰਖਿਆਵਾਂ ਦੇ ਪ੍ਰੋਪਰਟੀਜ਼ ਗੁਣਾ ਬਾਰੇ ਗੱਲ ਕੀਤੀ ਸੀ। ਦੂਸਰੇ ਲੈਕਚਰ ਦੇ ਵਿੱਚ ਆਪਾਂ ਵਰਗਮੂਲ ਕੱਢਣ ਦੀ ਅਭਾਜ ਗੁਣਨਖੰਡ ਵਿਧੀ ਦੀ ਗੱਲ ਕੀਤੀ ਸੀ। ਅੱਜ ਆਪਾਂ ਉਸ ਤੋਂ ਅਗਲੀ ਵਿਧੀ ਵੰਡ ਵਿਧੀ ਤੇ ਗੱਲ ਕਰਾਂਗੇ, ਡਿਵੀਜ਼ਨ ਮੈਥਡ, ਕਿ ਵੰਡ ਵਿਧੀ ਨੂੰ ਨਾਲ ਵਰਗਮੂਲ ਕਿਵੇਂ ਕੱਢਿਆ ਜਾ ਸਕਦਾ ਹੈ। ਇਸ ਨੂੰ ਸਮਝਣ ਦੇ ਲਈ ਥੋੜਾ ਜਿਹਾ ਕੋਸ਼ਿਸ਼ ਮੈਂ ਕਰੂੰਗਾ, ਹੌਲੀ ਹੌਲੀ ਆਪਾਂ ਵਰਕ ਕਰਾਂਗੇ। ਬਹੁਤ ਈਜ਼ੀ ਮੈਥਡ ਹੈ, ਸ਼ਾਰਟ ਮੈਥਡ ਹੈ, ਕਿਉਂਕਿ ਅਭਾਜ ਗੁਣਨਖੰਡ ਦੇ ਵਿੱਚ ਕੀ ਹੁੰਦਾ ਸੀ, ਅਗਰ ਕਿਸੇ ਸੰਖਿਆ ਦਾ ਗੁਣਨਖੰਡ ਨਹੀਂ ਬਣਦੇ ਸੀ ਤਾਂ ਕਿਤੇ ਨਾ ਕਿਤੇ ਆਪਾਂ ਨੂੰ ਸਮੱਸਿਆ ਆਉਂਦੀ ਸੀ ਚੈੱਕ ਕਰਨ ਦੇ ਵਿੱਚ ਉਹ ਕਿਹੜੇ ਪਹਾੜੇ ਤੇ ਵੰਡੀ ਜਾਂਦੀ ਹੈ ਨਾ। ਇੱਥੇ ਆਪਾਂ ਵੰਡ ਵਿਧੀ ਦੀ ਗੱਲ ਕਰਾਂਗੇ। ਹੁਣ ਵੰਡ ਵਿਧੀ ਦੇ ਵਿੱਚ ਕਰਨਾ ਕੀ ਹੈ, ਮੈਂ ਉਦਾਹਰਨ ਲੈ ਕੇ ਚੱਲਣਾ। ਆਪਾਂ ਵਰਗਮੂਲ ਪਤਾ ਕਰਨਾ ਹੈ 729 ਦਾ। ਮੈਂ ਦੋ ਸੰਖਿਆਵਾਂ ਪੈਰਲਲ ਲੈ ਕੇ ਚੱਲ ਰਿਹਾ। ਆਪਾਂ ਵਰਗਮੂਲ ਪਤਾ ਕਰਨਾ ਹੈ 1156 ਦਾ। ਤਾਂ ਸਭ ਤੋਂ ਪਹਿਲਾ ਸਟੈਪ ਕੀ ਹੈ? ਸਭ ਤੋਂ ਪਹਿਲਾ ਸਟੈਪ ਇਕਾਈ ਅੰਕ ਤੋਂ ਜੋੜੇ ਬਣਾਓ। ਇਹਦਾ ਮਤਲਬ ਕੀ ਹੈ? ਸੱਜੇ ਪਾਸੇ ਤੋਂ ਮੈਂ ਤੀਰ ਦਾ ਨਿਸ਼ਾਨ ਲਾ ਰਿਹਾ ਤਾਂ ਕਿ ਯਾਦ ਜੋੜੇ ਬਣਾਉਣੇ ਸ਼ੁਰੂ ਕਰੋ। ਦੋ ਆ ਇੱਕ ਬਚ ਗਿਆ ਹੈ ਨਾ, ਇਹੀ ਹੋਇਆ ਨਾ। ਆ ਜੋੜਾ ਕੰਪਲੀਟ, ਆ ਇੱਕ ਬਚ ਗਿਆ। ਠੀਕ, ਸੇਮ ਇਧਰੋਂ ਪਿੱਛੋਂ ਜੋੜਾ ਬਣਾਇਆ, ਇਧਰੋਂ ਆ ਵੀ ਜੋੜਾ ਬਣ ਗਿਆ। ਠੀਕ, ਇਧਰਲੀ ਸਾਈਡ ਤੋਂ ਆਪਾਂ ਇਕਾਈ ਅੰਕ ਵਾਲੇ ਪਾਸੇ ਚੱਲਣਾ ਹੈ, ਸੱਜੇ ਪਾਸੇ ਤੋਂ ਚੱਲਣਾ ਹੈ। ਜੋਟਾ ਇਹ ਕੱਲੀ ਬਚ ਗਈ, ਇਹਨੂੰ ਕੱਲਾ ਛੱਡ ਦੋ। ਇਧਰੋਂ ਆ ਵੀ ਜੋਟਾ ਪੂਰਾ ਹੋ ਗਿਆ, ਆ ਵੀ ਜੋਟਾ ਪੂਰਾ ਹੋ ਗਿਆ। ਤਾਂ ਇਹਦਾ ਮਤਲਬ ਇਹ ਹੈ, ਇੱਥੇ ਦੇਖੋ ਕੀ ਬਣਿਆ, ਇੱਕ ਜੋਟਾ ਆ ਰਿਹਾ, ਇੱਕ ਸੰਖਿਆ ਆ ਰਹੀ। ਤਾਂ ਇਹਦਾ ਮਤਲਬ ਜਿਹੜਾ ਇਹ ਕੁਐਸਚਨ ਹੈ ਦੋ ਸਟੈਪ ਦੇ ਵਿੱਚ ਸੋਲਵ ਹੋਣਾ ਹੈ। ਇੱਥੇ ਇੱਕ ਜੋੜਾ ਆ ਰਿਹਾ, ਇੱਕ ਜੋੜਾ ਆ ਰਿਹਾ। ਇਹ ਵੀ ਕੁਐਸਚਨ ਕੀ ਹੋਣਾ ਹੈ, ਦੋ ਸਟੈਪ ਦੇ ਵਿੱਚ ਸੋਲਵ ਹੋਣਾ ਹੈ। ਅਗਰ ਮੈਂ ਇੱਕ ਸੰਖਿਆ ਹੋਰ ਲੈ ਕੇ ਚੱਲਾਂ, ਆਪਾਂ ਇੱਕ ਸੰਖਿਆ ਹੋਰ ਲੈ ਲੈਂਦੇ ਹਾਂ 2601। ਪਿੱਛੋਂ ਜੋਟੇ ਬਣਾਉਣੇ ਸ਼ੁਰੂ ਕਰੋ। ਇੱਕ ਜੋਟਾ ਆ ਬਣ ਗਿਆ, ਇੱਕ ਜੋਟਾ ਆ ਬਣ ਗਿਆ। ਕਿੰਨੇ ਬਣ ਗਏ? ਦੋ ਬਣ ਗਏ। ਤਾਂ ਇਹਦਾ ਮਤਲਬ ਇਹ ਦੋ ਸਟੈਪ ਦੇ ਵਿੱਚ ਕੁਐਸਚਨ ਸੋਲਵ ਹੋਣਾ ਹੈ। ਪਹਿਲੀ ਗੱਲ। ਨੰਬਰ 2, ਇੱਥੇ ਇੱਕ ਛੋਟਾ ਕੁਐਸਚਨ ਬੜਾ ਇੰਪੋਰਟੈਂਟ ਆਉਂਦਾ ਹੈ। ਕੁਐਸਚਨ ਕੀ ਕਹਿੰਦਾ ਹੈ? 729 ਦੀ ਆਪਾਂ ਗੱਲ ਕਰ ਰਹੇ ਹਾਂ, ਦੇ ਵਰਗਮੂਲ ਵਿੱਚ ਅੰਕਾਂ ਦੀ ਗਿਣਤੀ ਦੱਸੋ। ਮਤਲਬ ਕੀ ਹੋ ਗਿਆ? ਜਦੋਂ ਆਪਾਂ ਇਹਨਾਂ ਦਾ ਵਰਗਮੂਲ ਕੱਢਾਂਗੇ 729 ਚਾਹੇ 1156 ਚਾਹੇ 2601, ਤਾਂ ਜਦੋਂ ਇਹਦਾ ਵਰਗਮੂਲ ਕੱਢਾਂਗੇ ਤਾਂ ਜਿਹੜੀ ਵਰਗਮੂਲ ਵਾਲੀ ਸੰਖਿਆ ਆਣੀ ਹੈ ਉਸ ਦੇ ਵਿੱਚ ਕਿੰਨੇ ਅੰਕ ਹੋਣਗੇ। ਜਿੰਨੇ ਸਟੈਪ ਦੇ ਵਿੱਚ ਇਹ ਸੋਲਵ ਹੋਊਗਾ ਓਨੇ ਅੰਕ ਹੋਣਗੇ। ਇਹ ਦੋ ਸਟੈਪ 'ਚ ਸੋਲਵ ਹੋ ਰਿਹਾ ਹੈ, ਕਿਉਂਕਿ ਇੱਕ 'ਚ 7 ਸੋਲਵ ਕਰਾਂਗੇ, ਇੱਕ 'ਚ 29। ਤਾਂ ਇਹਦੇ ਅੰਕਾਂ ਦੀ ਗਿਣਤੀ ਕਿੰਨੀ ਆਊਗੀ? 2। ਇਹ ਕਿੰਨੇ ਸਟੈਪ ਦੇ ਵਿੱਚ ਸੋਲਵ ਹੋ ਰਿਹਾ? 2 ਦੇ ਵਿੱਚ। ਤਾਂ ਇਹਦੇ ਵਰਗਮੂਲ ਦੇ ਅੰਕਾਂ ਦੀ ਗਿਣਤੀ ਕਿੰਨੀ ਆਣੀ ਹੈ? 2। ਇਹ ਕਿੰਨੇ ਸਟੈਪ 'ਚ ਸੋਲਵ ਹੋ ਰਿਹਾ? 2 ਦੇ ਵਿੱਚ। ਤਾਂ ਜਿਹੜਾ ਇਹਦਾ ਵਰਗਮੂਲ ਆਊਗਾ ਉਹਦੇ ਸੰਖਿਆ ਦੇ ਅੰਕਾਂ ਦੀ ਗਿਣਤੀ ਕੀ ਆਊਗੀ? 2। ਇੱਕ ਉਦਾਹਰਨ ਮੈਂ ਹੋਰ ਲੈ ਰਿਹਾ, 1 2 3 2 1। ਹਾਲੇ ਨੂੰ ਆਪਾਂ ਬਾਅਦ 'ਚ ਕਰਾਂਗੇ, ਪਹਿਲਾਂ ਮੈਂ ਉਦਾਹਰਨ ਲੈ ਰਿਹਾ 1 2 3 2 1। ਪਿੱਛੋਂ ਇੱਕ ਜੋਟਾ, ਦੂਜਾ ਜੋਟਾ, ਇਹ ਇਕੱਲਾ ਬਚ ਗਿਆ। ਤਾਂ ਅਸਲ ਦੇ ਵਿੱਚ ਇੱਥੇ 3 ਸਟੈਪ ਬਣ ਗਏ। 3 ਬਣ ਗਏ ਨਾ। ਤਾਂ ਫਿਰ ਇਹਦੇ ਵਰਗਮੂਲ ਦੇ ਅੰਕਾਂ ਦੀ ਗਿਣਤੀ ਕਿੰਨੀ ਹੋਣੀ ਹੈ? 3 ਹੋਣੀ ਹੈ। ਤਾਂ ਆਹ ਇੱਕ ਬੜਾ ਛੋਟਾ ਕੁਐਸਚਨ ਹੈ। ਤੁਹਾਨੂੰ ਇੱਕ ਸੰਖਿਆ ਦਿੱਤੀ ਜਾ ਸਕਦੀ ਹੈ, ਉਹ ਕੀ ਕਹਿਣਗੇ, ਇਸ ਸੰਖਿਆ ਦੇ ਵਰਗਮੂਲ ਦੇ ਅੰਕਾਂ ਦੀ ਗਿਣਤੀ ਪਤਾ ਕਰੋ। ਤਾਂ ਆਪਾਂ ਕੀ ਕਰਾਂਗੇ, ਇਕਾਈ ਵਾਲੇ ਅੰਕ ਤੋਂ ਸੱਜੇ ਪਾਸੇ ਤੋਂ ਜੋਟੇ ਬਣਾਉਣੇ ਸ਼ੁਰੂ ਕਰ ਦਾਂਗੇ। ਜਿੰਨੇ ਜੋਟੇ ਬਣ ਗਏ ਜਾਂ ਇੱਕ ਸੰਖਿਆ ਬਚ ਗਈ, ਜਿੰਨੇ ਪਾਰਟ ਬਣ ਗਏ ਉਸ ਸੰਖਿਆ ਦੇ, ਉਨੇ ਆਪਣੇ ਕੋਲੇ ਉਹਦੇ ਵਰਗਮੂਲ ਦੇ ਕੀ ਹੋਣਗੇ? ਅੰਕ ਹੋਣਗੇ। ਠੀਕ, ਹੁਣ ਕੁਐਸਚਨ ਇਹ ਹੈ, ਆਪਾਂ ਵਿਧੀ ਕਿਵੇਂ ਸ਼ੁਰੂ ਕਰੀਏ। ਦੇਖੋ ਉਰੇ ਆਪਣੇ ਕੋਲੇ ਦੋ ਪਾਰਟ ਬਣ ਗਏ, ਇੱਕ 7 ਇੱਕ 29। ਤਾਂ ਪਹਿਲਾਂ 7 ਸੋਲਵ ਕਰਾਂਗੇ, ਫਿਰ 29। ਇੱਥੇ ਇੱਕ 11 ਇੱਕ 56। ਤਾਂ ਪਹਿਲਾਂ 11 ਸੋਲਵ ਹੋਊਗਾ, ਫਿਰ 56 ਨੂੰ ਕਰਾਂਗੇ। ਹੁਣ ਕਿਵੇਂ ਕਰੀਏ? ਵਰਗਮੂਲ ਆਪਾਂ ਨੂੰ ਪਤਾ ਹੈ, ਵਰਗਮੂਲ ਕੀ ਹੈ? ਇੱਕ ਸੰਖਿਆ ਦੀ ਜਦੋਂ 2 ਵਾਰ ਗੁਣਾ ਕਰਦੇ ਆ ਤਾਂ ਜਿਹੜੀ ਉਹ ਸੰਖਿਆ ਹੁੰਦੀ ਹੈ ਵਰਗਮੂਲ ਹੁੰਦੀ ਹੈ। ਤਾਂ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ, 1 ਤੋਂ ਲੈ ਕੇ 9 ਤੱਕ ਦੀਆਂ ਸੰਖਿਆਵਾਂ ਦੇ ਵਰਗਮੂਲ ਲਿਖੋ। ਵਰਗ ਲਿਖੋ 1 ਤੋਂ ਲੈ ਕੇ ਸਿਰਫ 9 ਤੱਕ, ਕਿਉਂਕਿ ਆਪਾਂ ਇਹਨਾਂ ਨੂੰ ਵਰਤਣਾ ਹੈ। 1 ਏਕਮ 1, 2 दूनी 4,
तीयो तीयो 9, चौकम चौकी 16, पांचो पांजी 25, छीकम छीकी 36, सातो साती 49, आठो आठी 64, 9 9 81। आ 9 संख्यावां दे मैं वर्ग लिखे है, ते जिहड़ा पहला पार्ट है 7, 11 ते 26 ਉਹ सिर्फ आ 9 संख्यावां दे विचों ही होगा। ਇਹ ਤੋਂ ਬਿਨਾ ਤੁਸੀਂ ਹੋਰ ਕੋਈ ਵੀ ਜੋੜਾ ਜੋਟਾ ਜਾਂ ਸੰਖਿਆਵਾਂ ਨਹੀਂ ਲੈਣੀਆਂ। 7 ਇਹਦੇ ਹਿਸਾਬ ਨਾਲ ਦੇਖਾਂਗੇ, 11 ਹੱਲ ਕਰਾਂਗੇ ਇਹਦੇ ਹਿਸਾਬ ਨਾਲ ਦੇਖਾਂਗੇ, 26 ਹੱਲ ਕਰਾਂਗੇ ਇਹਦੇ ਹਿਸਾਬ ਨਾਲ ਦੇਖਾਂਗੇ। ਤਾਂ ਸਿਰਫ ਆ 9 ਸੰਖਿਆਵਾਂ ਨੂੰ 7 ਹੈ। 7 ਦੇਖੋ ਇਹਨਾਂ ਦੋਹਾਂ ਦੇ ਵਿੱਚ ਆ ਗਿਆ ਹੈ ਨਾ, मतलब 2 दूनी 4, तीयो तीयो 9, ਤੇ ਆਪਾਂ ਨੂੰ ਪਤਾ ਜਦੋਂ ਆਪਾਂ ਵੰਡ ਕਰਦੇ ਆਪਾਂ ਛੋਟੀ ਸੰਖਿਆ ਲਿਖਦੇ ਹਾਂ 2 दूनी 4, 7 ਚੋਂ 4 ਘਟਾਏ 3, ਆ ਪੂਰੇ ਦਾ ਪੂਰਾ ਜੋਟਾ ਨੀਚੇ। ਠੀਕ, ਇੱਥੇ ਕਿੰਨਾ ਆ ਗਿਆ 11। ਇਹ ਚ 11 ਦੇਖੋ ਕੀ ਤੋਂ ਵੱਡਾ ਕੀ ਤੋਂ, ਇੱਥੇ ਇਹਨਾਂ ਦੋਹਾਂ ਦੇ ਵਿੱਚ ਹੈ। तीयो तीयो 9, 11 ਚੋਂ 9 ਘਟਾਏ 2, 56 ਨੀਚੇ, ਉਹਨੂੰ ਆਪਾਂ ਬਾਅਦ ਹੱਲ ਕਰਾਂਗੇ। ਠੀਕ ਹੋ ਗਿਆ। ਤਾਂ ਜਿਹੜਾ ਪਹਿਲਾ ਪਾਰਟ ਹੈ ਚਾਹੇ ਉਹ ਇੱਕ ਸੰਖਿਆ ਬਚੀ ਹੋਈ ਹੈ ਚਾਹੇ ਉਹ 2 ਸੰਖਿਆਵਾਂ ਬਚੀਆਂ ਹੋਈਆਂ, ਆਪਾਂ ਸਿਰਫ ਜਿਹੜੇ 9 ਆਪਾਂ ਵਰਗ ਸੰਖਿਆਵਾਂ ਲਿਖੀਆਂ ਪਹਿਲੇ 9 ਵਰਗ ਸੰਖਿਆਵਾਂ ਦੇ ਵਿੱਚੋਂ ਇੱਕ ਲੈਣਾ। ਹੁਣ ਇਹ ਨਹੀਂ ਹੈਗਾ ਇੱਥੇ ਤੁਸੀਂ 2 3 6 ਕਰ ਦੋ ਜਾਂ 2 5 10 ਕਰ ਦੋ, ਨਹੀਂ, ਆਪਾਂ ਜੋੜਾ ਲੈਣਾ, ਵਰਗ ਦੀਆਂ ਸੰਖਿਆਵਾਂ ਲੈਣੀਆਂ ਸੇਮ ਵਰਗ, 2 ਦਾ ਵਰਗ 3 ਦਾ ਵਰਗ। ਤਾਂ ਇਹ ਇੰਪੋਰਟੈਂਟ ਹੈ। ਜੇ ਜਦੋਂ ਆਪਾਂ ਇਹਦੀ ਗੱਲ ਕਰਾਂਗੇ ਦੇਖੋ 26 ਆ ਗਿਆ ਹੈ ਨਾ, ਤਾਂ 26 ਕਿਹਦਾ ਹੋ ਗਿਆ 5 5 25, ਛਿਕਮ ਛਿਕੀ 36, ਤਾਂ ਉੱਥੇ ਆਪਾਂ 5 5 25 ਲੈ ਕੇ ਚੱਲਾਂਗੇ। ਹੁਣ ਇਸ ਤੋਂ ਬਾਅਦ ਜਿਹੜਾ ਇਹਦਾ ਇੰਪੋਰਟੈਂਟ ਪਾਰਟ ਹੈ, ਇਸ ਸੰਖਿਆ ਦੀ 2 ਨਾਲ ਗੁਣਾ ਕਰੋ, 2 दूनी 4, ਇਸ ਸੰਖਿਆ ਦੀ 2 ਨਾਲ ਗੁਣਾ ਕਰੋ, 3 दूनी 6 ਹੈ ਨਾ। ਇੱਥੇ ਜਿਹੜੀ ਸਭ ਤੋਂ ਇੰਪੋਰਟੈਂਟ ਪਾਰਟ ਇਹਦਾ ਇਹ ਹੈ, 4 ਆਪਣੇ ਕੋਲੇ ਫਿਕਸ ਹੋ ਗਿਆ। ਹੁਣ ਆਪਾਂ ਨੂੰ ਅਜਿਹੀ ਸੰਖਿਆ ਚਾਹੀਦੀ ਹੈ ਇੱਥੇ ਤੇ ਇੱਥੇ, ਆ ਦੋਨੇ ਸੰਖਿਆਵਾਂ ਸੇਮ ਚਾਹੀਦੀਆਂ ਤਾਂ ਕਿ ਆ ਜਾਏ। ਕਿਵੇਂ? ਮੇਰੇ ਕਹਿਣ ਦਾ ਮਤਲਬ 4 ਤਾਂ ਆਪਣੇ ਕੋਲੇ ਫਿਕਸ ਹੋ ਚੁੱਕਿਆ ਹੈ, ਤਾਂ ਆਪਾਂ ਆ ਦੋਨੋਂ ਸੰਖਿਆਵਾਂ ਸੇਮ ਰੱਖੀ ਨਹੀਂ ਹੈ। ਜਾਂ ਤਾਂ ਆਪਾਂ ਕੀ ਕਰਾਂਗੇ, ਉਰੇ ਏਕਾ ਪਾਉਂਗਾ, ਜੇ ਮੈਂ 1 ਪਾਉਂਗਾ ਤਾਂ ਇਹ ਬਣ ਗਿਆ 41, ਇਹ ਹੋ ਗਿਆ 1, 41 1, 4 ਫਿਕਸ ਹੈ, ਉਰੇ ਮੈਂ 2 2 ਪਾਉਂਗਾ, 42 2, ਆਪਾਂ ਗੁਣਾ ਕਰਕੇ ਦੇਖਾਂਗੇ ਕਿਹੜੀ ਬਣਦੀ ਹੈ, 42 दूना 84, ਜਾਂ ਆਪਾਂ ਉਰੇ 3 3 ਲੈ ਕੇ ਚੱਲਾਂਗੇ, तीयो तीयो 9, 4 तीये 12, 129, ਜਾਂ ਦੇਖੋ 4 ਤਾਂ ਫਿਕਸ ਹੈ ਤੁਹਾਡੇ ਕੋਲੇ, 4 ਨੂੰ ਨਹੀਂ ਛੇੜਨਾ ਆਪਾਂ ਇਹਦੇ ਪਿੱਛੇ ਸੰਖਿਆਵਾਂ ਸੇਮ ਲੈ ਕੇ ਚੱਲਣੀ ਹੈ, 176, 4 ਫਿਰ ਆਪਣਾ ਫਿਕਸ ਹੋ ਗਿਆ, ਆਪਾਂ 5 ਟਰਾਈ ਕਰਦੇ ਹਾਂ, 225, 4 ਫਿਕਸ ਹੋ ਗਿਆ, ਆਪਾਂ 6 ਟਰਾਈ ਕਰਦੇ ਹਾਂ, 276, 4 ਫਿਕਸ ਹੋ ਗਿਆ, ਆਪਾਂ 7 ਟਰਾਈ ਕਰਦੇ ਹਾਂ, 329 ਆ ਗਿਆ। ਤਾਂ ਇਹਦਾ ਮਤਲਬ 47 ਦੀ ਜਦੋਂ 7 ਨਾਲ ਗੁਣਾ ਕਰਾਂਗੇ ਆਪਣੇ ਕੋਲੇ ਕਿੰਨਾ ਆ ਗਿਆ, 329 ਆ ਗਿਆ। ਇਹ ਹੱਲ ਹੋ ਗਿਆ। ਮੈਂ 2 ਮਿੰਟ ਉਧਰ ਚੱਲਦੇ ਹਾਂ, ਆਪਾਂ ਹੁਣ ਉਹਨੂੰ ਹੱਲ ਕਰਦੇ ਹਾਂ ਸਮਝਾਉਣ ਦੇ ਲਈ। 6 ਇੱਥੇ ਫਿਕਸ ਹੋ ਗਿਆ 6 ਤਾਂ ਫਿਕਸ ਹੈ। ਹੁਣ ਆਪਾਂ ਨੂੰ ਇਹੋ ਜਿਹੀ ਸੰਖਿਆ ਚਾਹੀਦੀ ਜਿਹੜੀ ਇਹਨਾਂ ਦੋਹਾਂ ਤੇ ਸੰਖਿਆ ਇੱਕੋ ਨਾਲ ਦੀ ਹੋਵੇ ਪਰ ਇਹਨੂੰ ਕੰਪਲੀਟ ਕਰੇ। ਕਿਵੇਂ? ਜਾਂ ਤਾਂ ਆਪਾਂ ਕੀ ਕਰਾਂਗੇ, 61 ਦੇ 1 ਨਾਲ ਗੁਣਾ ਕਰਾਂਗੇ, 61, ਜਾਂ 6 ਤਾਂ ਲੈ ਹੀ ਲਿਆ, 62 ਦੇ 2 ਨਾਲ ਗੁਣਾ ਕਰਾਂਗੇ, 124, 6 ਤਾਂ ਆ ਹੀ ਗਿਆ, 3 ਲਵਾਂਗੇ, 63 ਦੇ 3 ਨਾਲ ਗੁਣਾ ਕਰਾਂਗੇ, 199, 6 ਤਾਂ ਆ ਹੀ ਗਿਆ, 64 ਦੇ 4 ਨਾਲ ਗੁਣਾ ਕਰਾਂਗੇ, 256। ਤਾਂ 4 ਨਾਲ ਕੀਤੀ, ਇਹ ਆ ਗਿਆ 256, ਇਹ ਕੱਟ ਕੇ ਕਿੰਨਾ ਆ ਗਿਆ 0। ਤਾਂ ਇਹ ਹੱਲ ਹੋ ਗਿਆ। ਦੇਖੋ 2 ਸਟੈਪ ਦੇ ਵਿੱਚ ਹੱਲ ਹੋ ਗਿਆ। ਆਪਾਂ ਹੋਰ ਪ੍ਰੈਕਟਿਸ ਕਰਾਂਗੇ ਇਹਦੀ, ਇਹ ਹੌਲੀ ਹੌਲੀ ਸਮਝ ਆਣਾ ਸਟੈਪ। ਤਾਂ ਹੱਲ ਕਰਕੇ ਆਪਣੇ ਕੋਲੇ ਉਰੇ 27 ਆ ਗਿਆ। ਇਹਦਾ ਮਤਲਬ ਫਿਰ ਕੀ ਹੋ ਗਿਆ, 729 ਦਾ ਜਿਹੜਾ ਵਰਗਮੂਲ ਹੈ ਉਹ ਕਿੰਨਾ ਹੋ ਗਿਆ, 27 ਹੋ ਗਿਆ। ਤੁਸੀਂ ਚੈੱਕ ਕਰ ਸਕਦੇ ਹੋ, 27 ਦੀ 2 ਵਾਰ ਗੁਣਾ ਕਰੋਗੇ 729 ਆਊਗਾ। ਸੇਮ 1156 ਦਾ ਜਿਹੜਾ ਵਰਗਮੂਲ ਹੋ ਗਿਆ ਕਿੰਨਾ ਹੋ ਗਿਆ, 34 ਹੋ ਗਿਆ। ਹੁਣ ਆਪਾਂ 2601 ਦੀ ਗੱਲ ਕਰਦੇ ਹਾਂ। ਸਿਰਫ ਪ੍ਰੈਕਟਿਸ ਹੈ, ਆਪਾਂ ਕੋਸ਼ਿਸ਼ ਕਰਾਂਗੇ 5-7 ਐਗਜ਼ਾਮਪਲਸ ਦੇ ਨਾਲ। 2601 ਸਭ ਤੋਂ ਪਹਿਲਾਂ ਹੁਣ ਸਟੈਪ ਪਿੱਛੋਂ ਜੋੜਾ, ਆ ਇੱਕ ਜੋਟਾ
ਆ एक जोड़ा कंप्लीट हो गया। तो हुण जिहड़ा पहला पार्ट है, पहला पार्ट की है 26। हाँ जी, कित्थों आ गया पहला पार्ट? सिर्फ इन्हां चों देखना है, 5 5 25, क्योंकि छिकम छिकी तो 36 हुंदा है। एक आ जोटे का जोटा नीचे कितना आ गया 101, यही सी ना। उस तो बाद जिहड़ी संख्या इत्थे है की करदे सी आपां, उस दी 2 दे नाल गुना, है ना, इहदी 2 नाल गुना, 5 दूनी 10। हुण 10 अपने कोले फिक्स हो गया, तो आपां नूं की चाहिदा? एक संख्या इत्थे अजिही चाहिदी है जिहड़ी सेम होवे। 10 तो आपां लिख ही लिया, 1 1 आ लो, पहले च स्टैप कंप्लीट हो गया 101। तो फिर 2601 का वर्गमूल कितना हो गया? 51। कितना हो गया अपने को? देखो 2601 का वर्गमूल 51 हो गया। आप कुछ को उदाहरण होर लेके चलते हैं। मैं उदाहरण ले रहा 3025। सज्जे पासे तो जोड़ा, पहला ए कंप्लीट, हुण ए कंप्लीट। पहला भाग इथों, उदों बाद 2 नाल गुना करांगे। पहला भाग 30, 5 5 25, छिकम छिके 36। सिर्फ इन्हां दे विचों लेना है। तुसी की थोड़े दिमाग च आ सकता है, ध्यान च आ सकता है कि 5 छिका 30 हुंदा, मैं 5 छिका लेना, नहीं। पहला पार्ट सिर्फ जिहड़ियां 9 वर्ग संख्यावां ने, सिर्फ इन्हां दे विचों देखना है। 30 चों 25 घटाए 5, आ जोड़े का जोड़ा नीचे, है ना। इस तो बाद की करते सी आपां, जिहड़ी आ संख्या है इहदी 2 नाल गुना, 5 दूनी 10। हुण 10 फिक्स हो गया, आपां नूं उरे जिहड़ी संख्या चाहिए वो सेम चाहिए है। 10 फिक्स हो चुकिया, देखो अपने कोले। आपां इदों पिछलियां संख्यावां देखनियां। 1 101 दी 1 नाल करांगे, आपां 2 लिखिया 204, फिर 3 लिखिया 30 903, फिर 4 लिखिया 416। आपां नूं अगे चलना पऊ। 10 तो फिक्स हो ही गया, फिर 5 देखिया तो कितना आ गया अपने कोले 525। तो यदा मतलब जदों 5 नाल गुना कीती कितना आ गया 525। तो फिर 3025 का वर्गमूल अपने कोले कितना हो गया 55 हो गया। होर क्वेश्चन देखो इस ते, इन्नी की विधि है। एक बार थोड़ा जा समझण ते टाइम लगता है, लेकिन जो आप क्वेश्चनस नूं करांगे तो बड़े सौखे तरीके नाल इहदे अपने क्वेश्चनस की होणगे। आप अगला पार्ट करते हैं 3721 का। सज्जे पासे तो जोटे बन गए 37, सिर्फ हाँ 9 वर्ग संख्यावां, छिकम छिके 36। 37 चो 36 घटाए 1, आ कंप्लीट जोड़ा नीचे। इस तो बाद की करते सी आपां, इहदी 2 नाल गुना, 6 दूनी 12। हुण 12 फिक्स हो गया, इत्थे जिहड़ी आपां नूं संख्या सेम चाहिए है, पहले च ही आ गई 121। तो यदा मतलब 3721 का जिहड़ा वर्गमूल है वो कितना हो गया 61। अगली संख्या आप लेके चलते हैं 5929। सब तो पहला सज्जे पासे तो जोड़े, है ना, यही आ गया 59। कित्थों चेक करते सी? पहला पार्ट इन्हां चों 7 7 49, 8 8 64, 7 7 49, आ गया 10, आ जोड़ा नीचे, है ना। इस तो बाद 7 का की करते सी आपां 2 नाल गुना, है ना, 2 नाल गुना, 7 दूनी 14। 14 अपने को फिक्स हो चुके हैं, 14 आ चुके हैं। हुण या तो 1 आना है, या 2 आना है, या 3 आना है, या 4 आना है, या 5 आना है, चेक करांगे आपां, या 6 आना है, नहीं आ रहा, या 7 आना है, 7 ते आ गया। तो यदा मतलब 147 की 7 नाल गुना की 1029, तो 5929 का जिहड़ा वर्गमूल है वो कितना आ गया अपने कोले 7777। तो देखो इस तरीके दे नाल सिर्फ एक गल, जिहड़ा 2 स्टैप मेन है। पहला पार्ट आऊगा पहलियां 9 वर्ग संख्यावां चों जिहड़ियां आपां इत्थे लिखियां सी,
ਉਦੋਂ ਦੂਜਾ ਤੀਜਾ ਸਟੈਪ ਬਸ ਇਹਦਾ ਆਪਾਂ ਡਬਲ ਕਰੀ ਚੱਲਾਂਗੇ ਤੇ ਇੱਥੋਂ ਇੱਕ ਆਪਾਂ ਸੰਖਿਆ ਨੂੰ ਕੀ ਕਰੀ ਚੱਲਾਂਗੇ, ਲੱਭੀ ਚੱਲਾਂਗੇ। ਆਪਾਂ ਕੁਝ ਹੋਰ ਉਦਾਹਰਨਾਂ ਲੈ ਕੇ ਚੱਲਦੇ ਹਾਂ ਇਸ ਦੇ ਲਈ। ਅਗਲੀ ਉਦਾਹਰਨ ਆਪਾਂ ਲੈ ਰਹੇ ਹਾਂ 7921 7921 ਪਿੱਛੋਂ ਪੇਅਰ। ਹੁਣ 79 8 8 64 9 9 81 ਇਹੀ ਸੀ ਨਾ ਪਹਿਲੇ ਵਰਗਮੂਲ ਆਪਣੇ ਕੋਲੇ ਜੋ ਪਹਿਲੀਆਂ 9 ਸੰਖਿਆਵਾਂ ਦੇ ਵਰਗ ਨੇ। 8 8 64 ਇੱਥੇ ਆ ਗਿਆ 5, ਇੱਥੇ ਆ ਗਿਆ 1, ਆ ਨੀਚੇ ਆ ਗਿਆ, ਹੋ ਗਿਆ ਪਹਿਲਾ ਸਟੈਪ। ਉਸ ਤੋਂ ਬਾਅਦ ਆ ਸੰਖਿਆ ਦਾ ਆਪਾਂ ਉਰੇ ਕੀ ਕਰਦੇ ਸੀ, ਡਬਲ। 8 ਦੂਣੀ 16। ਹੁਣ ਦੇਖੋ 16 ਫਿਕਸ ਹੋ ਗਿਆ ਤੇ ਆਪਾਂ ਨੂੰ ਅਜਿਹੀ ਸੰਖਿਆ ਚਾਹੀਦੀ ਹੈ ਜਿਹੜੀ ਇੱਥੇ ਤੇ ਇੱਥੇ ਕੀ ਹੋਵੇ, ਸੇਮ ਹੋਵੇ। ਦੋਸਤੋ ਲੱਭਣ ਦੀ ਕੋਸ਼ਿਸ਼ ਕਰੋ, ਇਹ ਬੜੀ ਇੰਪੋਰਟੈਂਟ ਹੈ। 1 2 3 4 5 ਇਹ 9 ਤੇ ਜਾਣੀ ਹੈ। ਕਿਵੇਂ ਪਤਾ ਲੱਗਿਆ ਮੈਂ ਉਹ ਵੀ ਦੱਸਦਾ, ਤੁਸੀਂ ਆਈਡੀਆ ਲੈ ਸਕਦੇ ਹੋ। ਮੈਂ ਤੁਹਾਨੂੰ ਆਈਡੀਆ ਦੱਸਦਾ, ਇੱਥੇ 16 ਹੈ ਨਾ, ਹੈ ਨਾ, ਦੇਖੋ ਇੱਥੇ 14 ਸੀ, ਮੇਰੀ ਗੱਲ ਸਹੀ ਹੈ ਨਾ। ਦੋ ਸੰਖਿਆਵਾਂ 15 ਨਹੀਂ ਆਂਦਾ ਤਾਂ 3 ਲੈ ਲਓ। 16 ਦਾ ਪਹਾੜਾ 152 ਤੱਕ ਪੜ੍ਹ ਕੇ ਦੇਖੋ, 16 ਦਾ ਪਹਾੜਾ ਪੜੋ, 16 9 144 ਤਾਂ ਲਗਭਗ ਇਹ ਉਹਦੇ ਨੇੜੇ ਤੇੜੇ ਆ ਜਾਊਗਾ ਵੀ 9 ਜਾਂ 8 ਤੇ। ਦੇਖੋ 14 ਸੀ, 10 14 ਦੇ ਪਹਾੜੇ ਤੇ ਨਹੀਂ ਆਂਦਾ ਪਰ ਆਪਾਂ ਫਿਰ 102 ਦੇਖ ਕੇ ਚੱਲਾਂਗੇ ਤਾਂ 14 7 98 ਹੈ ਨਾ। ਤਾਂ ਇਹਦਾ ਮਤਲਬ ਇਹ 7 ਦੇ ਨੇੜੇ ਤੇੜੇ ਹੋਊਗਾ। ਦੇਖੋ ਕੱਲਾ ਕੱਲਾ ਆਪਾਂ ਨੂੰ ਚੈੱਕ ਕਰਨ ਦੀ ਲੋੜ ਨਹੀਂ ਹੈਗੀ। ਮੈਂ ਇਸ ਤੋਂ ਪਹਿਲਾਂ ਜਿਹੜੀ ਤੁਹਾਨੂੰ ਪ੍ਰੈਕਟਿਸ ਕਰਵਾਈ ਹੈ ਉਹ ਮੈਂ ਤੁਹਾਨੂੰ ਕੱਲੇ ਕੱਲੇ ਦੀ ਹੀ ਕਰਵਾਈ ਹੈ, ਲੇਕਿਨ ਆਪਾਂ ਹੁਣ ਡਾਇਰੈਕਟ ਅਗਰ ਇਸ ਸਟੈਪ ਤੇ ਆ ਗਏ ਆਪਾਂ ਚੈੱਕ ਕਰ ਸਕਦੇ ਹਾਂ। ਮੈਂ ਕੁਝ ਉਦਾਹਰਨ ਲੈ ਰਿਹਾ ਹੋਰ ਵੀ ਆਪਾਂ ਨਜ਼ਦੀਕ ਪਹੁੰਚ ਸਕਦੇ ਹਾਂ। 9216 ਪਿੱਛੋਂ ਆ ਕੰਪਲੀਟ ਹੋ ਗਿਆ, ਆ ਪਹਿਲਾ ਤਾਂ ਜੋੜਾ ਹੀ ਹੋ ਗਿਆ। 9 9 81 ਹੈ ਨਾ, ਆ ਗਿਆ ਇਹ ਨੀਚੇ, ਇਹਦਾ ਡਬਲ 9 ਦੂਣੀ 18। ਹੁਣ ਖੁਦ ਦੇਖਦੇ ਹਾਂ ਆਪਾਂ, ਦੇਖੋ ਕਿੱਥੇ ਦਾ ਆਪਾਂ ਨੂੰ ਕੱਲੇ ਕੱਲੇ ਨੂੰ ਚੈੱਕ ਕਰਨਾ ਪਊਗਾ। 181 ਦਾ 1, ਫਿਰ ਕਿਉਂਕਿ 18 ਦਾ ਫਿਕਸ ਹੋ ਹੀ ਗਿਆ ਨਾ, 182 ਦਾ 2, 183 ਦਾ 3, 184 ਦਾ 4। ਲੇਕਿਨ ਆਪਾਂ ਕੀ ਕਰਾਂਗੇ, ਆਈਡੀਆ ਨਾਲ ਦੇਖੋ 18 11 ਤਾਂ ਨਹੀਂ ਵੰਡਿਆ ਜਾਂਦਾ, ਫਿਰ 111 ਲੈ ਲਓ। 18 ਦਾ ਪਹਾੜਾ ਪੜੋ, 18 ਏਕਮ 18, 18 ਦੂਣੀ 36, 18 ਤੀਆ 54, 18 ਚੌਕਾ 72, 18 ਪੰਜਾ 90, 18 ਛਿਕਾ 108 ਤਾਂ ਲਗਭਗ ਇਹ 6 ਦੇ ਨੇੜੇ ਆਊਗਾ। ਲਗਭਗ ਇਹ 6 ਜਾਂ 7 ਹੋ ਸਕਦਾ ਹੈ। ਛਿਕਮ ਛਿਕੀ 36 3 ਹੱਲ ਕੀਤਾ। ਆ ਦੇਖੋ ਇਹਦਾ ਫਾਇਦਾ ਹੁਣ ਮੈਂ ਤੁਹਾਨੂੰ ਤਾਂ ਇਸ ਟਾਈਮ ਦੱਸਿਆ ਕਿਉਂਕਿ ਕੱਲੇ ਕੱਲੇ ਕਰਕੇ ਵੀ ਤੁਸੀਂ ਕਰ ਸਕਦੇ ਹੋ ਪਰ ਉਹਦੇ ਟਾਈਮ ਲੱਗਦਾ ਹੈ। ਹੁਣ ਅਗਰ ਆਪਾਂ ਨੇੜੇ ਤੇੜੇ ਪਹੁੰਚਣਾ ਹੋਵੇ ਤਾਂ ਆਪਾਂ ਕੀ ਕਰ ਸਕਦੇ ਹਾਂ, ਆਪਾਂ ਜਿਹੜੇ ਇਹਨਾਂ ਦੇ ਪਹਾੜੇ ਨੇ ਉਸ ਪਹਾੜੇ ਦੇ ਅਕੋਰਡਿੰਗ ਆਪਾਂ ਇਸ ਨੂੰ ਚੈੱਕ ਕਰ ਸਕਦੇ ਹਾਂ। ਮੈਂ ਇੱਕ ਉਦਾਹਰਨ ਹੋਰ ਲੈ ਕੇ ਚੱਲਦਾ ਇਹਨੂੰ ਸਮਝਾਉਣ ਦੇ ਲਈ। ਆਪਾਂ ਗੱਲ ਕਰ ਰਹੇ ਹਾਂ 9604 ਦੀ, ਪਿੱਛੋਂ ਹੋ ਗਿਆ ਸਹੀ ਹੈ। ਪਹਿਲਾ 9 9 81 5 1 ਨੀਚੇ, 9 ਦੂਣੀ 18। ਹੁਣ 18 ਦਾ ਇੱਥੇ ਜਿਹੜੀ ਸੰਖਿਆ ਕਿਹੜੀ ਆਊਗੀ ਆਪਣੇ ਕੋਲੇ, 18 ਦਾ ਪਹਾੜਾ ਦੇਖੋ 150 ਤੱਕ ਲੈ ਕੇ ਚੱਲੋ, ਲਗਭਗ 18 8 144 ਹੁੰਦਾ ਹੈ। ਤਾਂ ਇਹਦਾ ਮਤਲਬ ਕੀ ਹੈ, ਆਪਾਂ ਉਹਦੇ ਟਰਾਈ ਕਰਾਂਗੇ 8 ਦੇ ਨਾਲ, ਨੇੜੇ ਤੇੜੇ ਆਪਾਂ ਲੱਗ ਜਾਾਂਗੇ ਇਹਦੇ ਨਾਲ। 8 8 64 6 150 ਦੇਖੋ। ਤਾਂ ਇਹਦਾ ਫਾਇਦਾ ਹੁਣ ਤੁਹਾਨੂੰ ਇਹ ਮਿਲਣਾ ਹੈ ਕਿ ਤੁਸੀਂ ਬਹੁਤ ਜਲਦੀ ਕੁਐਸਚਨ ਨੂੰ ਸੋਲਵ ਕਰ ਸਕਦੇ ਹੋ। ਇੱਥੇ ਦੇਖੋ ਬੈਨੀਫਿਟ ਆਪਾਂ ਨੂੰ ਕੀ ਮਿਲ ਰਿਹਾ ਹੈ, ਆ ਮਿਲ ਰਿਹਾ ਕਿ ਆਪਾਂ ਨੂੰ ਬੜੀ ਆਸਾਨੀ ਦੇ ਨਾਲ ਕੁਐਸਚਨ ਦਾ ਪਤਾ ਲੱਗ ਰਿਹਾ। ਇਹ ਉਦਾਹਰਨ ਹੋਰ ਲੈ ਰਿਹਾ ਮੈਂ ਇਸੇ ਨਾਲ ਦੀ, ਸਿਰਫ ਪ੍ਰੈਕਟਿਸ ਹੈ। ਦੇਖੋ ਇੱਥੇ 9801 ਪਿੱਛੋਂ ਜੋੜੇ, ਪਹਿਲੇ ਪਾਰਟ ਨੂੰ ਕੀ ਕਰਦੇ ਸੀ, ਜਿਹੜੇ ਪਹਿਲੇ 9 ਵਰਗ ਸੰਖਿਆਵਾਂ 9 9 81 ਆ ਗਿਆ। ਹੁਣ ਇਸ ਤੋਂ ਬਾਅਦ ਇਹਦਾ ਡਬਲ ਕਰ ਤਾਂ ਇੱਥੇ ਦੇਖੋ ਫਿਰ ਕੀ ਆ ਗਿਆ, 9 ਦੂਣੀ 18, 17 18 ਦੇ ਪਹਾੜੇ ਦੇ ਨਹੀਂ, ਆਪਾਂ 170 ਲੈ ਕੇ ਚੱਲਾਂਗੇ। 18 ਲਗਭਗ 9 ਤੇ ਗਿਆ ਤਾਂ ਇੱਥੇ ਆਪਾਂ 9 ਦੇਖਾਂਗੇ ਤਾਂ ਤੁਸੀਂ ਚੈੱਕ ਕਰੋਗੇ ਤੁਹਾਡਾ ਜਿਹੜਾ ਆਨਸਰ ਕਿੰਨਾ ਆ ਜਾਊਗਾ, 1701 ਆ ਜਾਊਗਾ। ਤਾਂ ਇਹਦਾ ਫਿਰ ਵਰਗਮੂਲ ਕਿੰਨਾ ਆ ਗਿਆ, 99। ਤਾਂ ਇਹ ਇੱਕ ਸ਼ਾਰਟ ਤਰੀਕਾ ਹੁੰਦਾ, ਇੱਕ ਆਈਡੀਆ ਹੁੰਦਾ ਹੈ ਕਿ ਆਪਾਂ ਉੱਥੇ ਦੇਖੋ ਕਿੱਥੇ ਤਾਂ ਆਪਾਂ 18 ਨੂੰ ਲੈ ਕੇ ਪਹਿਲਾਂ 181 ਦੀ 1 ਨਾਲ, ਫਿਰ 182 ਦੀ 2 ਨਾਲ, 183 ਦੇ ਨਾਲ ਆਪਾਂ ਐਂ ਚੈੱਕ ਕਰਾਂਗੇ ਕਿੱਥੇ ਆਪਾਂ ਉਹਦੇ ਨਜ਼ਦੀਕ ਪਹੁੰਚਦੇ ਹਾਂ। ਇਹ ਤਾਂ ਆਪਾਂ ਕੀਤੀ ਸੀ 4 ਅੰਕਾਂ ਵਾਲੀ ਗੱਲ, ਹੁਣ ਮੈਂ 5 ਅੰਕਾਂ ਤੇ ਆ ਰਿਹਾ। ਇਹਦਾ ਵਰਗਮੂਲ ਕੱਢਣਾ ਹੈ ਤਾਂ ਪਿੱਛੋਂ ਪਹਿਲਾ
दूजा आ कला। तो सब तो पहला क्वेश्चन ये वर्गमूल दे विच किन्ने अंक होंगे 3, किन्ने हिस्से 3 पार्ट बनते हैं। तो यह क्वेश्चन 3 पार्ट दे विच सॉल्व होगा। किवें देखो, पहला 1 एकम 1 ये तो खत्म हो गया 46। हुण इत्थे की करते सी आपां 2 नाल गुना, 2 ना की 2 तो 2 तो आई गया। तो इत्थे संख्या चाहिए आपां नूं 2 तो देखो फिक्स आई गया, या तो 21 होना है या 22 होना है। तो यह आ गया 22, 22 दूनी 44, 6 चो 4 घटाए 2 41 नीचे। ठीक हो गया जी इत्थों तक इन्ना। हुण इस तो बाद फिर आपां की करना है, की करांगे आपां इत्थे आपां उपरले का डबल करांगे 12 का। हुण देखो अगले स्टैप के लिए 12 बन गया, तो फिर यदा मतलब 12 का डबल 12 दूनी 24। तो हुण इत्थे 24 फिक्स हो चुके हैं। इत्थों आपां संख्या लभनी है 241, क्योंकि 24 तो फिक्स हो ही गया, आपां आपदे पिछे 1 लिख लिया नाल। तो यदा वर्गमूल कितना आ गया 121। क्वेश्चन सेम चल रहा है, फर्क की पै गया अपने कोले, की फर्क पै गया, आपां 3 स्टैप च लै गए क्वेश्चन। हुण आपां अगले क्वेश्चन देखो एक होर कर रहे हैं ट्रिपल डिजिट वाला। 16384 पिछों एक पेयर, दूजा पेयर आ कला बच गया, एक कला बच गया ना। तो फिर की करांगे, इनू कले नू पहला वर्ग संख्यावां 1 एकम 1 एक खत्म 63 नीचे, ਇਹਦਾ डबल देखो स्टैप वही चल रहा है 2 आ गया, 2 तो आई गया ना। तो आपां नूं उरे 63 है चाहिए, तो 2 दे नाल आपां एक संख्या रखनी है जिहड़ी इत्थे ते इत्थे की होवे सेम होवे। 21 एकम 21, 22 दूनी 44, 2 फिक्स आ गया, 23 23 69। तो आपां की लेके चलांगे 2, क्योंकि 69 इस तो की आ गया वड्डा। 19 84, हुण इत्थे किन्ना 12, 12 की 2 नाल गुना की 24, 12 की 2 नाल गुना की 24। इत्थे ते इत्थे आपां नूं संख्या सेम चाहिए है। 24 फिक्स हो चुके हैं, 24 फिक्स हो चुके हैं, या तो 1 241 या 2 484 या 3 729 या 4 976 या 5 ठीक, या 24 लिख के 6 नहीं आ रहा। तो यह लगभग 8 ते जाऊगा, तुसी चेक करियो 8 8 64 6 198। तो 16384 का जोड़ा वर्गमूल है वो कितना हो गया 128 हो गया। तो देखो इस तरीके दे नाल आपां वंड विधि हल कर सकते हैं, 3 अंक 4 अंक 5 अंक। हुण आपां एक अगले क्वेश्चन ते चल रहे हैं, देखो 4 अंकां दी वड्डी तो वड्डी पूर्ण वर्ग संख्या पता करो। 4 अंकां दी वड्डी तो वड्डी पूर्ण वर्ग संख्या। सब तो पहला आपां इहदी गल करांगे, 4 अंकां दी वड्डी तो वड्डी संख्या किहड़ी है। देखो 4 9, परंतु आपां नूं किहड़ी चाहिदी है, जिहड़ी पूर्ण वर्ग संख्या होवे। तो फिर आपां इहनूं की करांगे, वंड विधि नाल हल करांगे। वंड विधि नाल ठीक, 9 9 81 8 1 99 ठीक, 9 दूनी 18, 18 18 गया, पर आप वड्डी चेक आप 9 ते चेक करांगे। 9 9 81 8 9 8 72 ते 8 80 8 9 8 17 1701 8 9 198। तो हल करके देखो अपने को की बच गया। बाकी हुण तक आप बाकी की गल नहीं की, क्योंकि वो पहला ही पूर्ण वर्ग सी, आप उन्होंने वर्गमूल कड्ढे सी। हुण आप पता करना है,
ਤਾਂ ਦੇਖੋ 4 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਆ ਰਹੀ, ਪਰ ਜਦੋਂ ਆਪਾਂ ਪੂਰਨ ਵਰਗ ਦੀ ਵਿਧੀ ਲਾਈ, ਵਰਗਮੂਲ ਦੀ ਵਿਧੀ ਲਾਈ, ਆਪਣੇ ਕੋਲੇ 198 ਕੀ ਬਚ ਗਿਆ, ਬਾਕੀ ਬਚ ਗਿਆ। ਤਾਂ ਇਹਦਾ ਮਤਲਬ ਜੋ ਘਟਾ ਕੇ ਆ ਗਿਆ ਉਹ ਇਹਦੀ ਕੀ ਹੋਗੀ, ਪੂਰਨ ਵਰਗ ਸੰਖਿਆ। ਤਾਂ 4 ਅੰਕਾਂ ਦੀ ਵੱਡੀ ਤੋਂ ਵੱਡੀ ਜਿਹੜੀ ਪੂਰਨ ਵਰਗ ਸੰਖਿਆ ਹੈ ਉਹ ਕਿਹੜੀ ਹੋਗੀ, 9801। ਅਗਲਾ ਕੁਐਸਚਨ ਇਸੇ ਟਾਈਪ ਦੇ ਵਿੱਚ ਆਪਾਂ ਲੈ ਕੇ ਚੱਲਦੇ ਹਾਂ। ਕੁਐਸਚਨ ਹੈ 1999 ਵਿੱਚ ਕਿਹੜੀ ਛੋਟੀ ਤੋਂ ਛੋਟੀ ਸੰਖਿਆ ਘਟਾਈ ਜਾਵੇ ਕਿ ਇਹ ਪੂਰਨ ਵਰਗ ਬਣ ਜਾਵੇ। ਤਾਂ ਇੱਥੇ ਕੀ ਕੁਐਸਚਨ ਹੈ, ਆਪਾਂ ਲਾਸਟ ਲੈਕਚਰ 'ਚ ਗੱਲ ਕੀਤੀ ਸੀ, ਉੱਥੇ ਆਪਾਂ ਗੱਲ ਕੀਤੀ ਸੀ ਕਿਹੜੀ ਤੋਂ ਛੋਟੀ ਸੰਖਿਆ ਨਾਲ ਗੁਣਾ ਕੀਤੀ ਜਾਵੇ ਜਾਂ ਵੰਡ ਕੀਤੀ ਜਾਵੇ। ਹੁਣ ਆਪਾਂ ਜੋੜ ਘਟਾ ਦੀ ਗੱਲ ਕਰਾਂਗੇ। ਦੇਖੋ ਜਦੋਂ ਤਾਂ ਉਹਨਾਂ ਨੇ ਕਹਿਤਾ ਕਿਹੜੀ ਛੋਟੀ ਤੋਂ ਛੋਟੀ ਸੰਖਿਆ ਨਾਲ ਗੁਣਾ ਤੇ ਵੰਡ ਕਰਨੀ ਹੈ, ਤਾਂ ਉੱਥੇ ਆਪਾਂ ਅਭਾਜ ਗੁਣਨਖੰਡ ਵਿਧੀ ਲਗਾਵਾਂਗੇ ਕਿਉਂਕਿ ਉਹਦੇ ਵਿੱਚ ਗੁਣਾ ਚੱਲਦੀ ਸੀ। ਜਦੋਂ ਜੋੜ ਤੇ ਘਟਾ ਦੀ ਗੱਲ ਕਰਤੀ ਤਾਂ ਉੱਥੇ ਆਪਾਂ ਵੰਡ ਵਿਧੀ ਲੈ ਕੇ ਚੱਲਾਂਗੇ ਕਿਉਂਕਿ ਇਹਦੇ ਵਿੱਚ ਆਪਾਂ ਜਦੋਂ ਹੱਲ ਕਰਦੇ ਤਾਂ ਘਟਾ ਕਰਦੇ ਹੁੰਦੇ ਆ। ਤਾਂ ਇਹ 2 ਗੱਲਾਂ ਦਾ ਯਾਦ ਰੱਖਣਾ ਹੈ, ਜਦੋਂ ਤਾਂ ਕਹਿੰਦਾ ਕਿਹੜੀ ਛੋਟੀ ਤੋਂ ਛੋਟੀ ਸੰਖਿਆ ਨਾਲ ਗੁਣਾ ਕਰਨੀ ਹੈ ਜਾਂ ਵੰਡ ਕਰਨੀ ਹੈ, ਉਦੋਂ ਆਪਾਂ ਕਿਹੜੀ ਵਿਧੀ ਲੈ ਕੇ ਚੱਲਾਂਗੇ, ਅਭਾਜ ਗੁਣਨਖੰਡ ਵਿਧੀ। ਜਦੋਂ ਜੋੜ ਘਟਾ ਦੀ ਗੱਲ ਆ ਗਈ ਆਪਾਂ ਕਿਹੜੀ ਵਿਧੀ ਅਪਲਾਈ ਕਰਾਂਗੇ, ਵੰਡ ਵਿਧੀ। ਤਾਂ ਇੱਥੇ ਆਪਾਂ ਫਿਰ ਕੀ ਕਰਾਂਗੇ, ਵੰਡ ਵਿਧੀ ਨੂੰ ਲਗਾਵਾਂਗੇ। ਪਿੱਛੋਂ ਜੋੜੇ, ਚੌਕਮ ਚੌਕੀ 16 3, ਠੀਕ ਇਹੀ ਸੀ ਨਾ। ਇਹਦਾ ਆਪਾਂ ਕੀ ਕਰਦੇ ਹੁੰਦੇ ਸੀ, ਡਬਲ, 4 ਦੂਣੀ 8। ਤਾਂ 8 ਫਿਕਸ ਹੋ ਗਿਆ, ਆਪਾਂ ਚੈੱਕ ਕਰਨਾ ਹੈ। 81 ਦਾ 1 ਨਾਲ 8 ਫਿਕਸ ਹੈ, 82 ਦਾ 2 ਨਾਲ 8 ਫਿਕਸ ਹੈ, 83 ਦਾ 3 ਨਾਲ 8 ਫਿਕਸ ਹੈ, 84 ਦਾ 4 ਨਾਲ 8 ਫਿਕਸ ਹੈ, ਆ ਗਿਆ। ਤਾਂ ਧਿਆਨ ਨਾਲ ਦੇਖੀਏ ਆਪਣੇ ਕੋਲੇ ਆਹ ਸੰਖਿਆ ਬਣਦੀ ਹੈ 84 ਚੌਕਾ 336। 9 ਚੋਂ 6 ਘਟਾਏ 3, 8 ਚੋਂ 3 ਘਟਾਏ 5। ਤਾਂ ਦੇਖੋ ਅਗਰ ਤਾਂ ਮੈਂ ਇਹ ਕੁਐਸਚਨ ਦੀ ਗੱਲ ਕਰਾਂ ਕਿਹੜੀ ਛੋਟੀ ਤੋਂ ਛੋਟੀ ਸੰਖਿਆ ਘਟਾਈ ਜਾਂਦੀ ਹੈ, ਤਾਂ ਆਨਸਰ ਕੀ ਆ ਗਿਆ, 53। ਪਰ ਇੱਥੇ ਇਹ ਵੀ ਆ ਸਕਦਾ ਪੂਰਨ ਵਰਗ ਬਣ ਗਏ ਅਤੇ ਉਸ ਸੰਖਿਆ ਦਾ ਵਰਗਮੂਲ ਪਤਾ ਕਰੋ, ਨਾਲ ਕੁਐਸਚਨ ਅਟੈਚ ਕਰ ਸਕਦੇ ਆ। ਤਾਂ 1999 ਦੇ ਵਿੱਚੋਂ ਜਦੋਂ 53 ਘਟਾਏ ਸੰਖਿਆ ਬਣ ਗਈ 1936 ਤੇ ਵਰਗਮੂਲ ਕਿੰਨਾ ਹੋ ਗਿਆ ਇਹਦਾ, 44। ਦੇਖੋ ਕੁਐਸਚਨ 3 ਬਣ ਗਏ, ਕਿਹੜੀ ਸੰਖਿਆ ਘਟਾਣੀ ਹੈ, ਆਨਸਰ ਆ ਗਿਆ 53, ਉਹਦਾ ਵਰਗਮੂਲ ਕੀ ਹੋਊਗਾ 44, ਸੰਖਿਆ ਕਿਹੜੀ ਹੋਣੀ ਹੈ 1936। ਹੁਣ ਸੇਮ ਆਪਾਂ ਇੱਕ ਕੁਐਸਚਨ ਹੋਰ ਲੈ ਕੇ ਚੱਲਦੇ ਹਾਂ ਉਲਟਾ, ਜੋੜ ਵਾਲਾ। ਉਹਦੇ ਵਿੱਚ ਮੈਂ ਕੀ ਕਰ ਰਿਹਾ, ਘਟਾ ਦੀ ਥਾਂ ਤੇ ਆਪਾਂ ਉਰੇ ਜੋੜ ਕਰ ਰਹੇ ਹਾਂ। ਸੰਖਿਆ ਲੈ ਲਈ ਮੰਨ ਲਓ 1750, ਵਿੱਚੋਂ ਕਿਹੜੀ ਛੋਟੀ ਤੋਂ ਛੋਟੀ ਸੰਖਿਆ ਜੋੜੀ ਜਾਵੇ। ਇਹ ਥੋੜਾ ਜਿਹਾ ਕੇਸ ਉਲਟਾ ਚੱਲੂਗਾ, ਪਹਿਲਾ ਵੰਡ ਵਿਧੀ, ਪਿੱਛੋਂ ਹੈ ਨਾ ਚੌਕਮ ਚੌਕੀ 16 1 ਜੋੜਾ ਨੀਚੇ, ਇਹਦੀ 2 ਨਾਲ ਗੁਣਾ, 4 ਦੂਣੀ 8। ਤਾਂ ਤੁਸੀਂ ਦੇਖੋ ਇੱਥੇ ਇੱਕ ਬੜੀ ਇੰਪੋਰਟੈਂਟ ਚੀਜ਼ ਜਿਹੜੀ ਆਣੀ ਹੈ, ਗਲਤੀ ਕੀ ਹੋਣੀ ਹੈ ਇੱਥੇ, 150 ਆ ਗਿਆ, 9 ਤੇ 1 10, 10 ਘਟਾਏ 9। ਆਪਣੇ ਕੋਲੇ ਆਪਾਂ ਹੱਲ ਕੀਤਾ ਕਿੰਨਾ ਆ ਗਿਆ, ਦੇਖੋ ਇੱਥੇ 69 ਆ ਗਿਆ। ਤਾਂ ਤੁਸੀਂ ਇੱਥੇ ਕੀ ਲਿਖੋਗੇ, 69 ਜੋੜਿਆ ਜਾਵੇ, ਨਹੀਂ। ਇਹ ਤੁਹਾਨੂੰ ਵੀ ਪਤਾ ਹੈ ਜਿਹੜਾ ਬਾਕੀ ਹੈ ਉਹ ਹਮੇਸ਼ਾ ਘਟਦਾ ਹੁੰਦਾ ਹੈ, ਉਰੇ ਨਹੀਂ ਜੁੜਦਾ, ਇਹ ਗੱਲ ਧਿਆਨ 'ਚ ਰੱਖਿਓ। ਇਹਨੂੰ ਘਟਾਓ, ਘਟਾ ਕੇ ਕਿੰਨਾ ਆ ਗਿਆ 1681। ਪਰੰਤੂ ਆਪਾਂ ਨੂੰ ਉਰੇ ਜੋੜਨ ਨੂੰ ਕਿਹਾ, ਤਾਂ ਕਲੀਅਰ ਹੈ ਜਦੋਂ ਆਪਾਂ ਨੂੰ ਜੋੜਨ ਨੂੰ ਕਿਹਾ ਤਾਂ ਆਪਾਂ ਨੂੰ 1750 ਤੋਂ ਅੱਗੇ ਵੱਡੀ ਸੰਖਿਆ ਚਾਹੀਦੀ ਹੈ ਨਾ। ਆਪਾਂ ਨੂੰ 1750 ਤੋਂ ਵੱਡੀ ਸੰਖਿਆ ਚਾਹੀਦੀ ਹੈ। ਹੁਣ ਇਸ ਤੋਂ ਪਹਿਲਾਂ ਵਾਲੀ ਸੰਖਿਆ ਆ ਗਈ 1681, 81 ਆ ਗਈ ਨਾ, ਜਿਹੜੀ ਪੂਰਨ ਵਰਗ ਹੈ ਤੇ ਜਿਹਦਾ ਵਰਗਮੂਲ ਕੀ ਹੋ ਗਿਆ 41 ਹੋ ਗਿਆ। ਤਾਂ ਇਹਦਾ ਮਤਲਬ ਜਿਹੜੀ ਅਗਲੀ ਸੰਖਿਆ ਆਊਗੀ ਉਹਦਾ ਵਰਗਮੂਲ ਕਿੰਨਾ ਹੋਊਗਾ, ਫਿਰ 42 ਹੋਣਾ ਨਾ। ਦੇਖੋ ਘਟਾ ਕੇ 1681 ਆ ਗਈ ਤੇ 1681 ਕਿਹਦਾ ਵਰਗਮੂਲ ਹੈ, 41 ਦਾ
परंतु ਆਪਾਂ ਸੰਖਿਆ ਇਹਦੇ ਵਿੱਚ ਜੋੜਨੀ ਹੈ। ਇਹਦਾ ਮਤਲਬ ਆਪਾਂ ਨੂੰ ਇਹ ਤੋਂ ਵੱਡੀ ਸੰਖਿਆ ਚਾਹੀਦੀ ਹੈ। ਹੁਣ ਇਹ ਤੋਂ ਛੋਟੀ ਆ ਹੋਗੀ ਤਾਂ ਇਹ ਤੋਂ ਅਗਲੀ ਕੀ ਹੋਗੀ 42 ਹੋਗੀ ਨਾ। ਤਾਂ ਆਪਾਂ ਨੂੰ ਜਿਹੜੀ ਸੰਖਿਆ ਚਾਹੀਦੀ ਹੈ ਉਹ ਅਸਲ ਦੇ ਵਿੱਚ ਕੀ ਹੋਗੀ 42 ਦਾ ਵਰਗ ਹੋ ਗਿਆ। 42 ਦੀ 42 ਨਾਲ ਗੁਣਾ ਕਰਾਂਗੇ ਕਿੰਨਾ ਆ ਜਾਊਗਾ 1764। ਤਾਂ ਜਿਹੜੀ ਆਪਾਂ ਨੂੰ ਇਹ ਤੋਂ ਅੱਗੇ ਸੰਖਿਆ ਚਾਹੀਦੀ ਹੈ ਉਹ ਕਿਹੜੀ ਚਾਹੀਦੀ ਹੈ 1764। ਇਸ ਤੋਂ ਅਗਲੀ ਸੰਖਿਆ ਦਾ ਵਰਗ ਚਾਹੀਦਾ ਹੈ। ਹੁਣ ਸੰਖਿਆ ਆਪਾਂ ਨੂੰ ਕਿੰਨੀ ਚਾਹੀਦੀ ਹੈ 1764 ਹੈਗੀ ਕਿੰਨੀ ਹੈ 1750। ਤਾਂ ਕਿੰਨੀ ਜੋੜਾਂਗੇ 14। ਇਹ ਧਿਆਨ ਰੱਖਿਓ ਕੁਐਸਚਨ ਬੜਾ ਟ੍ਰਿਕੀ ਕੁਐਸਚਨ ਹੈ। ਤੁਸੀਂ ਇਹਦੇ ਵਿੱਚ ਬਾਕੀ ਜੋੜ ਸਕਦੇ ਹੋ ਨਹੀਂ, ਬਾਕੀ ਹਮੇਸ਼ਾ ਘਟਦਾ ਹੁੰਦਾ ਹੈ। ਆਪਾਂ ਘਟਾ ਲਿਆ, ਬਾਕੀ ਇਹ ਕਿਹਦਾ ਆ ਗਿਆ 41 ਦਾ, ਪਰ ਆਪਾਂ ਜੋੜਨੀ ਹੈ ਇਹਦਾ ਸੰਖਿਆ ਵੱਡੀ ਚਾਹੀਦੀ ਹੈ। ਆਪਾਂ ਨੂੰ ਅਗਲੀ ਸੰਖਿਆ ਚਾਹੀਦੀ ਹੈ। ਕਿਹੜੀ ਸੰਖਿਆ ਚਾਹੀਦੀ ਹੈ ਆਪਾਂ ਨੂੰ 42 ਦਾ ਵਰਗ ਚਾਹੀਦਾ ਹੈ। ਤਾਂ 42 ਦਾ ਵਰਗ ਕਿੰਨਾ ਹੋ ਗਿਆ 1764। ਆਪਣੇ ਕੋਲ ਕਿੰਨੀ ਹੈ 1750। ਤਾਂ ਇਹਦਾ ਮਤਲਬ ਕਿੰਨੇ ਆਪਾਂ ਨੂੰ ਹੋਰ ਜੋੜਨੇ ਪੈਣਗੇ 14। ਤਾਂ ਦੋਸਤੋ ਇਹ ਸੀ ਆਪਣੇ ਕੋਲੇ ਵਰਗਮੂਲ ਦੀ